Today we are going to talk about the proceedings under the preventive sections of the Code of Criminal Procedure, more particularly 107/151 CRPC। ਔਰ ਆਮ ਦੋਸਤਾਂ ਦੀ ਫਰਮਾਇਸ਼ ਨੂੰ ਮੁੱਖ ਰੱਖਦੇ ਹੋਏ ਇਹ ਮੈਂ ਵੀਡੀਓ ਪੰਜਾਬੀ ਦੇ ਵਿੱਚ ਰਿਕਾਰਡ ਕਰਾਂਗਾ, ਜਿਹਨੂੰ ਆਪਾਂ ਕਹਿੰਦੇ ਕਿ 751 ਦੀ ਕਾਰਵਾਈ ਕੀ ਹੁੰਦੀ ਹੈ ਜੀ। ਰੋਕੂ ਕਾਰਵਾਈ ਕਿਹਾ ਜਾਂਦਾ ਹੈ। ਆਮ ਤੌਰ 'ਤੇ ਅਗਰ ਕੋਈ ਸੰਗੀਨ ਜੁਰਮ ਜਾਂ ਕੌਗ ਅਫੈਂਸ ਹੁੰਦਾ ਹੈ, ਉਹਦਾ ਸਿੱਧਾ ਪਰਚਾ ਹੁੰਦਾ, ਜਿਹਨੂੰ ਆਪਾਂ ਕਹਿੰਦੇ ਕਿ FIR ਫਸਟ ਇਨਫੋਰਮੇਸ਼ਨ ਰਿਪੋਰਟ। ਉਹ ਥਾਣੇ ਦੇ ਵਿੱਚ ਦਰਜ ਹੁੰਦੀ ਹੈ। ਜਿਹੜੇ ਸੰਗੀਨ ਜੁਰਮ ਨੇ ਤੇ ਪੁਲਿਸ ਉਹਦੀ ਇਨਵੈਸਟੀਗੇਸ਼ਨ ਜਾਂ ਤਫਤੀਸ਼ 154 ਦੇ ਵਿੱਚ ਆਰੰਭ ਕਰ ਲੈਂਦੀ ਹੈ ਔਰ ਉਸ ਦੇ ਵਿੱਚ ਐਗਜ਼ੈਕਟਿਵ ਮੈਜਿਸਟਰੇਟ ਦਾ ਸਿੱਧੇ ਤੌਰ 'ਤੇ ਕੋਈ ਦਖਲ ਨਹੀਂ ਹੁੰਦਾ। ਇਹ ਜਿਹੜੀ ਕਾਰਵਾਈ ਹੈ 107/51 ਦੀ 107/151 CRPC, ਇਸ ਦੇ ਵਿੱਚ ਕੋਈ ਹਜੇ ਜੁਰਮ ਹੋਇਆ ਨਹੀਂ। ਅਗਰ ਜੁਰਮ ਹੋਇਆ ਹੁੰਦਾ, ਓਫੈਂਸ ਹੋਇਆ ਹੁੰਦਾ, ਤਾਂ ਤੁਸੀਂ ਸਿੱਧਾ ਜਾ ਕੇ ਥਾਣੇ ਆਪਣੀ FIR ਦਰਜ ਕਰਾਉਂਦੇ। ਇੱਥੇ ਤਾਂ ਸੂਚਨਾ ਹੈ ਮੈਜਿਸਟਰੇਟ ਦੇ ਕੋਲ, ਚਾਹੇ ਪੁਲਿਸ ਜ਼ਰੀਏ ਚਾਹੇ ਕਿਸੇ ਹੋਰ ਸਾਧਨ ਜ਼ਰੀਏ, ਕਿ ਕੋਈ ਬੰਦਾ ਬ੍ਰੀਚ ਆਫ ਪੀਸ, ਨੁਕਸੇ ਅਮਨ ਕਰਨ ਵਾਲਾ ਹੈ। ਦੇਰ ਇਜ਼ ਐਪਰੀਹੈਂਸ਼ਨ ਆਫ ਬ੍ਰੀਚ ਆਫ ਪੀਸ, ਪਬਲਿਕ ਟਰੰਕੁਐਲਿਟੀ, ਔਰ ਜਿਹਨੂੰ ਕਹਿੰਦੇ ਨੇ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ, ਕਿ ਉਸ ਚੀਜ਼ ਦਾ ਇਲਾਜ ਪਹਿਲਾਂ ਕੀਤਾ ਜਾਵੇ, ਰੋਕੂ ਕਾਰਵਾਈ ਕੀਤੀ ਜਾਵੇ, ਜਾਨ ਮਾਲ ਦਾ ਨੁਕਸਾਨ ਨਾ ਹੋਵੇ। ਉਸ ਵਾਸਤੇ ਇਹ ਜਿਹੜਾ ਸਾਡਾ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਹੈ, ਉਸ ਦੇ ਵਿੱਚ ਰੋਕੂ ਕਾਰਵਾਈ ਹੈ। ਔਰ ਆਮ ਤੌਰ 'ਤੇ ਇਹ ਕਾਰਵਾਈ ਐਗਜ਼ੈਕਟਿਵ ਮੈਜਿਸਟਰੇਟ, ਚਾਹੇ ਉਹ ਸਬ ਡਿਵੀਜ਼ਨਲ ਮੈਜਿਸਟਰੇਟ ਹੋਵੇ, ਤਹਿਸੀਲਦਾਰ, ਨਾਇਬ ਤਹਿਸੀਲਦਾਰ, ਐਗਜ਼ੈਕਟਿਵ ਮੈਜਿਸਟਰੇਟ ਦੀ ਹੈਸੀਅਤ ਦੇ ਵਿੱਚ, ਉਹਨਾਂ ਦੇ ਅੱਗੇ ਇਹ ਕਾਰਵਾਈ ਆਰੰਭ ਹੁੰਦੀ ਹੈ। ਸੋ 151 ਕੀ ਹੈ? 151 ਦਫਾ ਜਿਹੜਾ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਦਾ ਇਹ ਹੈ ਕਿ ਅਗਰ ਪੁਲਿਸ ਅਫਸਰ ਮੌਕੇ 'ਤੇ ਦੇਖਦਾ ਹੈ ਕਿ ਜਿਹੜਾ ਕੌਗ ਓਫੈਂਸ ਹੈ, ਸੰਗੀਨ ਜੁਰਮ ਹੈ, ਉਹ ਪ੍ਰੀਵੈਂਟ ਨਹੀਂ ਹੋ ਸਕਦਾ, ਕੋਈ ਚਾਰਾ ਨਹੀਂ ਇਲਾਵਾ ਗ੍ਰਿਫਤਾਰੀ ਦੇ, ਸੋ ਉਸ ਨੂੰ ਪ੍ਰੀਵੈਂਟ ਕਰਨ ਦੇ ਵਾਸਤੇ ਉਹ ਬਿਨਾਂ ਕਿਸੇ ਮੈਜਿਸਟਰੇਟ ਦੇ, ਚਾਹੇ ਜੁਡੀਸ਼ੀਅਲ ਚਾਹੇ ਐਗਜ਼ੈਕਟਿਵ, ਉਹਨੂੰ ਗ੍ਰਿਫਤਾਰ ਕਰ ਸਕਦਾ ਹੈ। ਅਗਰ ਹਜੂਮ ਜਾ ਰਿਹਾ ਹੈ, ਉਹਨਾਂ ਨੇ ਜਾ ਕੇ ਹੁੱਲੜਬਾਜ਼ੀ ਕਰਨੀ ਹੈ, ਜਾਨ ਮਾਲ ਦਾ ਨੁਕਸਾਨ ਕਰਨਾ ਹੈ, ਉਹਨਾਂ ਨੇ ਸਮਝਾਇਆ ਬੁਝਾਇਆ ਲੇਕਿਨ ਉਹ ਨਹੀਂ ਮੰਨ ਰਹੇ, ਤਾਂ ਉਹਨਾਂ ਦੀ ਗ੍ਰਿਫਤਾਰੀ 151 ਦਫੇ ਦੇ ਵਿੱਚ ਬਿਨਾਂ ਵਾਰੰਟ ਤੋਂ ਪੁਲਿਸ ਅਫਸਰ ਕਰ ਸਕਦਾ ਹੈ। ਔਰ ਉਸ ਦੇ ਨਾਲ 107 ਦੀ ਜਿਹੜੀ ਕਲੰਦਰਾ ਪੇਸ਼ ਹੁੰਦਾ ਹੈ, ਜਿਸਟ ਆਫ ਦੀ ਇਨਫੋਰਮੇਸ਼ਨ ਬਿਫੋਰ ਦੀ ਐਗਜ਼ੈਕਟਿਵ ਮੈਜਿਸਟਰੇਟ, ਕਿ ਜਨਾਬ ਆਹ ਹਾਲਾਤ ਸੀਗੇ। ਆਮ ਤੌਰ 'ਤੇ ਹੁੰਦਾ ਕੋਈ ਐਜੀਟੇਸ਼ਨ ਹੋਣ ਵਾਲਾ ਹੈ, ਕੱਲ੍ਹ ਨੂੰ ਕੋਈ ਬੰਦ ਦੀ ਕਾਲ ਹੈ ਅਤੇ 100-150 ਬੰਦਾ ਪੁਲਿਸ ਦੀ ਇਤਲਾਹ ਹੈ ਕਿ ਇਹਨਾਂ ਨੇ ਜਾ ਕੇ ਉੱਥੇ ਅੱਗ ਲਾਉਣੀ ਹੈ, ਅੱਗਜ਼ਨੀ ਕਰਨੀ ਹੈ। ਉਹਨੂੰ ਪ੍ਰੀਵੈਂਟ ਕਰਨ ਵਾਸਤੇ ਉਹ ਫਿਰ ਰਾਤੋਂ ਰਾਤ ਉਹਨਾਂ ਨੂੰ ਗ੍ਰਿਫਤਾਰੀ 151 ਦੇ ਵਿੱਚ ਹੋ ਜਾਂਦੀ ਹੈ। ਜਾਂ ਪਿੰਡ ਦੇ ਵਿੱਚ ਕੋਈ ਧੜੇਬਾਜ਼ੀ ਹੈ, ਕੋਈ ਰੌਲਾ ਹੈ, ਆਪਸ ਦੇ ਵਿੱਚ ਦੁਸ਼ਮਣੀ ਦਾ ਹੈ, ਚਾਹੇ ਇਮੂਵਲ ਪ੍ਰੋਪਰਟੀ ਦਾ ਹੈ, ਉਹ ਫਿਰ ਦੋਨਾਂ ਧਿਰਾਂ ਨੂੰ ਗ੍ਰਿਫਤਾਰ ਕਰ ਲੈਂਦੇ ਨੇ ਅਤੇ 107 ਦਾ ਕਲੰਦਰਾ ਜਿਹੜਾ ਹੈ ਉਹ ਮੈਜਿਸਟਰੇਟ ਦੇ ਸਾਹਮਣੇ ਪੇਸ਼ ਹੋ ਜਾਂਦਾ ਹੈ। ਹੁਣ ਮੈਜਿਸਟਰੇਟ ਨੇ ਕੋਈ ਇਹ ਕ੍ਰਿਮੀਨਲ ਟਰਾਇਲ ਨਹੀਂ ਹੈ, ਇਸ ਦੇ ਵਿੱਚ ਇਹ ਨਹੀਂ ਹੈ ਕਿ ਕੋਈ FIR ਦਰਜ ਹੋ ਗਈ, ਕਿਉਂਕਿ ਓਫੈਂਸ ਤਾਂ ਜੁਰਮ ਦਾ ਹਜੇ ਹੋਇਆ ਹੀ ਨਹੀਂ। ਤਾਂ ਉਹਦੀ ਐਪਰੀਹੈਂਸ਼ਨ ਹੈ ਕਿ ਪਬਲਿਕ ਟਰੰਕੁਐਲਿਟੀ ਦੀ ਬ੍ਰੀਚ ਨਾ ਹੋਵੇ, ਨੁਕਸੇ ਅਮਨ ਨਾ ਹੋਵੇ, ਤਾਂ ਉਹ ਪੁਲਿਸ ਇਨਫੋਰਮੇਸ਼ਨ ਜਿਹੜੀ ਹੈ ਦਿੰਦੀ ਹੈ। ਉਸ ਦੇ ਵਿੱਚ ਅਗਰ 151 ਦੇ ਵਿੱਚ ਜਿਹੜੇ ਅਫਰਾਦ ਨੇ, ਦ ਪਰਸਨਸ ਕੈਨ ਬੀ ਅਰੈਸਟਡ ਐਂਡ ਪ੍ਰੋਡਿਊਸਡ ਬਿਫੋਰ ਦੀ ਐਗਜ਼ੈਕਟਿਵ ਮੈਜਿਸਟਰੇਟ, ਔਰ ਇਹ ਵੀ ਹੋ ਸਕਦਾ ਕਿ ਉਹ ਗ੍ਰਿਫਤਾਰੀ ਨਾ ਪਾਉਣ, ਉਹਨੂੰ 107/50 ਕਹਿ ਦਿੰਦੇ ਨੇ, 150 CRPC, ਜਿਸ ਦੇ ਵਿੱਚ ਉਹ ਸਿਰਫ ਇਤਲਾਹ ਮੈਜਿਸਟਰੇਟ ਸਾਹਿਬ ਨੂੰ ਦਿੰਦੇ ਨੇ ਕਿ ਜੀ ਆਹ ਨੇ, ਕੱਲ੍ਹ ਨੂੰ ਇਹਨਾਂ ਨੇ ਇੱਕ ਦੂਜੇ ਦੇ ਗਲ ਪੈ ਜਾਣਾ, ਕੋਈ ਸੰਗੀਨ ਜੁਰਮ ਨਾ ਹੋ ਜਾਏ, ਪਿੰਡ ਦੇ ਵਿੱਚ ਪਾਰਟੀਬਾਜ਼ੀ ਹੈ ਜਾਂ ਆਹ ਐਜੀਟੇਸ਼ਨ ਹੋਣ ਵਾਲਾ ਹੈ। ਬਟ ਆਮ ਤੌਰ 'ਤੇ ਜਿੱਥੇ ਅਰਜੈਂਟ ਮੈਟਰ ਹੈ, ਗ੍ਰਿਫਤਾਰੀ ਪਾ ਕੇ ਉਹਨਾਂ ਨੇ ਸਾਹਮਣੇ ਪੇਸ਼ ਕਰ ਦੇਣਾ ਹੈ। ਸੋ ਮੈਜਿਸਟਰੇਟ ਸਾਹਿਬ ਨੇ ਉੱਥੇ 107 ਦੀ ਇਨਕੁਆਇਰੀ ਆਰੰਭ ਹੋਣੀ ਹੈ। ਇਹ ਕੋਈ ਕ੍ਰਿਮੀਨਲ ਟਰਾਇਲ ਨਹੀਂ ਹੈ, ਇਸ ਦੇ ਨਾਲ ਕਿਸੇ ਨੂੰ ਸਜ਼ਾ ਨਹੀਂ ਹੋਣੀ। No one is going to be convicted and sentenced। ਸੋ ਫਿਰ ਕਾਰਵਾਈ ਹੈ ਕੀ? ਉਸ ਦੇ ਵਿੱਚ ਐਗਜ਼ੈਕਟਿਵ ਮੈਜਿਸਟਰੇਟ ਨੇ ਜਿੰਨੇ ਵੀ ਬੰਦੇ ਕਲੰਦਰੇ ਦੇ ਵਿੱਚ ਨੇਮਡ ਨੇ, ਅਗਰ ਉਹ ਸਾਹਮਣੇ ਨੇ, ਉਸੇ ਵਕਤ ਉਹਨਾਂ ਨੇ 111 ਦਾ ਇੱਕ ਨੋਟਿਸ ਬਣਾ ਦੇਣਾ ਹੈਗਾ ਕਿ ਬਈ ਤੁਸੀਂ ਆਪਸ 'ਚ ਲੜ ਰਹੇ ਸੀਗੇ, ਤੁਹਾਡਾ ਝਗੜਾ ਹੈ, ਜਾਂ ਤੁਹਾਡੀ ਫਲਾਣੀ ਜਥੇਬੰਦੀ ਨੇ ਇੱਕ ਬੰਦ ਦੀ ਕਾਲ ਦਿੱਤੀ ਹੈ, ਅਤੇ ਉਸ ਦੇ ਵਿੱਚ ਜਾਨ ਮਾਲ ਦੀ
ਉਹ ਹੋ ਸਕਦੀ ਹੈਗੀ ਹੈ। ਤੋ ਕਿਉਂ ਨਾ ਤੁਹਾਨੂੰ ਚੰਗੇ ਚਾਲ ਚੱਲਣ ਦਾ, ਚੰਗੇ ਇਸ ਅੰਡਰਟੇਕਿੰਗ ਦਿਓ, ਖੁਦ ਜ਼ਮਾਨਤ ਆਪਣਾ ਜ਼ਾਤੀ ਮੁਚਲਕਾ ਤੇ ਹੋਰ ਗਵਾਹਾਂ ਜਿਹੜੇ ਕਿ ਗਰੰਟੀ ਸਟੈਂਡ ਕਰਨ ਕਿ ਤੁਸੀਂ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਕਰੋਗੇ। ਟੂ ਸ਼ੋ ਕਾਜ਼ ਟੂ ਦੀ ਰਿਸਪੋਂਡੈਂਟਸ, ਉਹਨਾਂ ਨੂੰ ਜਿਹੜੇ ਸਾਹਮਣੇ ਬੰਦੇ ਨੇ ਕਿ ਤੁਸੀਂ ਦੱਸੋ, ਵਜ੍ਹਾ ਬਿਆਨ ਕਰੋ ਕਿ ਕਿਉਂ ਨਾ ਤੁਹਾਡੇ ਤੋਂ ਇਹ ਜਿਹੜੀ ਕਾਰਵਾਈ ਹੈ, ਇਹ ਬੌਂਡ ਜਿਹੜਾ ਹੈ ਭਰਵਾਇਆ ਜਾਵੇ, ਤਾਂ ਕਿ ਤੁਸੀਂ ਪਬਲਿਕ ਟਰੈਂਕੁਇਲਿਟੀ ਨੂੰ ਡਿਸਟਰਬ ਨਹੀਂ ਕਰੋਗੇ ਜਾਂ ਬ੍ਰੀਚ ਆਫ ਪੀਸ ਇੱਕ ਦੂਜੇ ਦੇ ਗਲ ਨਹੀਂ ਪਾਉਂਗੇ। ਪੈਂਡਿੰਗ ਦੀ ਇਨਕੁਆਇਰੀ ਤੁਸੀਂ ਉਹਨਾਂ ਨੂੰ ਜ਼ਮਾਨਤ ਤੇ ਰਿਹਾ ਕਰ ਸਕਦੇ ਹੋ। ਸੋ ਸਾਰੀ ਕਾਰਵਾਈ ਚੱਲਦੀ ਹੈ, ਪੁਲਿਸ ਵਾਲੇ ਆਉਂਦੇ ਨੇ, ਉਹ ਆਪਣਾ ਬਿਆਨ ਦਿੰਦੇ ਨੇ, ਅਗਰ ਕ੍ਰਾਸ ਕੇਸ ਹੈ ਇੱਕ ਦੂਜੇ ਦੇ ਖਿਲਾਫ ਆਪਣਾ ਬਿਆਨ ਦਿੰਦੇ ਨੇ, ਇੱਕ ਸਮਨ ਕੇਸ ਦੀ ਤਰ੍ਹਾਂ ਸਾਰੀ ਕਾਰਵਾਈ ਚੱਲਦੀ ਹੈ। ਤੇ ਉਸ ਕਾਰਵਾਈ ਦੇ ਮੁਕੰਮਲ ਹੋਣ ਤੋਂ ਮੈਜਿਸਟ੍ਰੇਟ ਸਾਹਿਬ ਇਹ ਕਹਿ ਸਕਦੇ ਨੇ ਕਿ ਵੀ ਭਾਈ ਤੁਸੀਂ ਬੌਂਡ ਭਰੋ, ਆਪਣਾ ਨਿੱਜੀ ਮੁਚਲਕਾ ਤੇ ਨਾਲ ਜ਼ਮਾਨਤੀ, ਕਿ ਕੋਈ ਤੁਸੀਂ ਬ੍ਰੀਚ ਆਫ ਪੀਸ ਨਹੀਂ ਕਰੋਗੇ। ਔਰ ਉਹ ਜਿਹੜਾ ਹੈ ਤਕਰੀਬਨ 1 ਸਾਲ ਵਾਸਤੇ ਉਹ ਬੌਂਡ ਜਿਹੜਾ ਹੈ ਲਾਗੂ ਰਹੇਗਾ। ਉਹਦੇ ਬਾਵਜੂਦ ਤੁਸੀਂ ਕਰਦੇ ਹੋ, ਤੁਸੀਂ ਅੰਦਰ ਦਿੱਤੇ ਜਾ ਸਕਦੇ ਹੋ, ਤੇ ਤੁਸੀਂ ਨਾ ਦਿਓ ਬੌਂਡ ਤਾਂ ਵੀ ਅੰਦਰ ਦਿੱਤੇ ਜਾ ਸਕਦੇ ਹੋ। ਉਹਦੇ ਬਾਵਜੂਦ ਬ੍ਰੀਚ ਆਫ ਪੀਸ ਹੁੰਦਾ ਤਾਂ ਵੀ ਤੁਸੀਂ ਯੂ ਕੈਨ ਬੀ ਕੈਪਟ ਇਨ ਡਿਟੈਂਸ਼ਨ। ਬਟ ਕਈ ਵਾਰੀ ਇਹ ਹੁੰਦਾ ਹੈ ਕਿ ਜਦ ਆਪਾਂ ਕਹਿੰਦੇ ਹਾਂ ਕਿ ਜੀ ਹਜੇ ਅੱਜ ਬੰਦ ਕਾਲ ਹੈ, ਪੁਲਿਸ ਨੇ ਕੱਲ੍ਹ ਸ਼ਾਮ ਨੂੰ ਪ੍ਰੀਵੈਂਟਿਵ ਜਿਹੜੀ ਅਰੈਸਟ ਨੇ ਕਰਕੇ 151 ਦੇ ਵਿੱਚ ਮੈਜਿਸਟ੍ਰੇਟ ਸਾਹਿਬ ਦੇ ਸਾਹਮਣੇ ਪੇਸ਼ ਕੀਤੇ ਨੇ, ਔਰ ਐਡਮਿਨਿਸਟ੍ਰੇਸ਼ਨ ਇਹ ਚਾਹੁੰਦੀ ਹੈ, ਮੈਜਿਸਟ੍ਰੇਟ ਵੀ ਇਹ ਫੀਲ ਕਰਦਾ ਹੈ ਕਿ ਵੀ ਮੈਂ ਇਹਨਾਂ ਨੂੰ ਅਗਰ ਜ਼ਮਾਨਤ 'ਤੇ ਰਿਹਾ ਕਰਤਾ ਤੇ ਫਿਰ ਫਾਇਦਾ ਕੀ ਹੋਇਆ ਇਹਨਾਂ ਦੀ ਗ੍ਰਿਫਤਾਰੀ ਦਾ। ਤਾਂ ਉਸ ਕੇਸ ਦੇ ਵਿੱਚ ਐਗਜ਼ੈਕਟਿਵ ਮੈਜਿਸਟ੍ਰੇਟ ਕੀ ਕਰਦੇ ਨੇ ਕਿ ਆਫਟਰ ਦੀ ਕਮੈਂਸਮੈਂਟ ਆਫ ਦੀ ਇਨਕੁਆਇਰੀ ਆਰੰਭਣੀ ਬਹੁਤ ਜ਼ਰੂਰੀ ਹੈ। ਉੱਥੇ ਨੋਟਿਸ ਦੇਣਗੇ ਕਿ ਵੀ ਤੁਸੀਂ ਨੁਕਸੇ ਅਮਨ ਦਾ ਅੰਦੇਸ਼ਾ ਕਰਨ ਵਾਲੇ ਹੋ, ਕਿਉਂ ਨਾ ਤੁਹਾਡੇ ਤੋਂ ਇਹ ਬੌਂਡ ਭਰਾਏ ਜਾਣ, ਔਰ ਘੱਟੋ ਘੱਟ ਜਿਹੜਾ ਆਈਓ ਹੈ ਇਨਕੁਆਇਰੀ ਆਫਿਸਰ ਪੁਲਿਸ ਦਾ ਉਹਦੇ ਬਿਆਨ ਹੋਣ। ਤੇ ਫਿਰ ਮੈਜਿਸਟ੍ਰੇਟ ਕਹਿੰਦਾ ਹੈ ਇਫ ਹੀ ਰੀਚਿਜ਼ ਅ ਕਨਕਲੂਜਨ 116(3) ਦੇ ਵਿੱਚ ਕਿ ਵੀ ਇਹ ਮਸਲਾ ਬੜਾ ਸੰਗੀਨ ਹੈ, ਬੇਸ਼ੱਕ ਮੇਰੀ ਇਨਕੁਆਇਰੀ ਕੰਪਲੀਟ ਨਹੀਂ ਹੋਈ, ਲੇਕਿਨ ਸ਼ੁਰੂ ਤੋਂ ਜਿਹੜੇ ਬਿਆਨ ਆਏ ਨੇ, ਜੋ ਮੌਕੇ ਦੇ ASI ਨੇ ਆ ਕੇ ਬਿਆਨ ਦਿੱਤੇ ਨੇ, ਉਹਨੇ ਇਹ ਕਿਹਾ ਕਿ ਜੀ ਇਹਨਾਂ ਨੇ ਤਾਂ ਜਾ ਕੇ ਉੱਥੇ ਬੱਸ ਸਟੈਂਡ ਨੂੰ ਅੱਗ ਲਾ ਦੇਣੀ ਹੈ ਤੇ ਰੁਕਿਆ ਜਾਵੇ। ਤਾਂ ਉਹ 116(3) ਦੇ ਵਿੱਚ ਕਹਿੰਦੇ ਇੰਟਰਮ ਬੌਂਡ ਭਰੋ, ਔਰ ਉਹ ਬੌਂਡ ਆਮ ਤੌਰ ਤੇ ਐਜੀਟੇਸ਼ਨ ਵਾਲੇ ਭਰਦੇ ਨਹੀਂ, ਕਿਉਂਕਿ ਉਹ ਤਾਂ ਦੇਣੇ ਆਏ ਗ੍ਰਿਫਤਾਰੀ ਨੇ। ਜਾਂ ਜੇ ਬੌਂਡ ਭਰਦੇ ਵੀ ਨੇ ਤਾਂ ਮੈਜਿਸਟ੍ਰੇਟ ਕਹਿ ਸਕਦਾ ਕਿ ਯਾਰ ਮੈਨੂੰ ਵੈਰੀਫਾਈ ਤਾਂ ਕਰਾਉਣ ਦਿਓ। ਵੈਰੀਫਾਈ ਇਹ ਨਹੀਂ ਹੈ ਕਿ 10,000 ਰੁਪਏ ਦਾ ਜਾਂ 50,000 ਰੁਪਏ ਦਾ ਅਗਰ ਬੌਂਡ ਹੈ ਕਿ ਉਹਦੀ ਉਨੀ ਸਮਰੱਥਾ ਹੈ ਜਾਂ ਨਹੀਂ ਹੈ, ਬਲਕਿ ਜਿਹੜਾ ਸ਼ੋਰਟੀ ਹੈ, ਜ਼ਮਾਨਤੀ ਹੈ, ਉਹਦਾ ਕੋਈ ਮੋਰਲ ਇਨਫਲੂਐਂਸ ਵੀ ਹੈ ਤੁਹਾਡੇ ਸਮਝਾਉਣ ਬੁਝਾਉਣ ਦੇ ਕਹਿਣੇ ਦੇ ਵਿੱਚ ਵੀ ਤੁਸੀਂ ਉਹਦੇ ਹੋ ਕਿ ਨਹੀਂ ਹੋ। ਅਦਰਵਾਈਜ਼ ਤਾਂ ਉਹ ਕਹਿ ਸਕਦੇ ਨੇ ਜਨਾਬ 50,000 ਰੁਪਏ ਤੁਸੀਂ ਜਮ੍ਹਾਂ ਕਰਾਓ, ਜੇ ਅਸੀਂ ਨੁਕਸਾਨ ਕਰਾਂਗੇ ਤੁਸੀਂ ਇਹਨੂੰ ਫੋਰਫਿਟ ਕਰ ਲਿਓ। ਬਟ ਦੈਟ ਇਜ਼ ਨਾਟ ਦੀ ਓਬਜੈਕਟਿਵ ਆਫ ਦੀ ਸ਼ੋਰਟੀ ਜਾਂ ਜ਼ਮਾਨਤੀ, ਉਹਦਾ ਮੋਰਲ ਇਨਫਲੂਐਂਸ ਵੀ ਹੋਣਾ ਚਾਹੀਦਾ। ਸੋ ਜੇ 116(3) ਦੇ ਵਿੱਚ ਬੌਂਡ ਮੰਗਦਾ ਮੈਜਿਸਟ੍ਰੇਟ, ਬੌਂਡ ਨਹੀਂ ਦਿੱਤਾ ਜਾਂਦਾ, ਦੈਨ ਹੀ ਕੈਨ ਬੀ ਸੈਂਟ ਟੂ ਕਸਟਡੀ, ਔਰ ਵਾਰੰਟ ਬਣ ਕੇ ਜੇਲ੍ਹ ਦੇ ਵਿੱਚ ਉਹ ਜਿਹੜੇ ਰਿਸਪੋਂਡੈਂਟ ਨੇ ਚਲੇ ਜਾ ਸਕਦੇ ਨੇ। ਸੋ ਡੇਟਾਂ ਪੈਂਦੀਆਂ ਨੇ। ਇਸ ਦੇ ਵਿੱਚ ਪੁਰਾਣੇ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਦੇ ਵਿੱਚ ਕਈ ਵਾਰੀ ਸਾਲਾਂ ਬੱਧੀ ਇਹ ਕਾਰਵਾਈ ਚੱਲਦੀ ਰਹਿੰਦੀ ਸੀ, ਬੰਦੇ ਅੰਦਰ ਰਹਿੰਦੇ ਸੀਗੇ। ਹੁਣ ਇਹ ਕਿਹਾ ਗਿਆ ਹੈ ਕਿ 6 ਮਹੀਨੇ ਦੇ ਅੰਦਰ ਅੰਦਰ ਤੁਸੀਂ ਉਹ ਕਾਰਵਾਈ ਮੁਕੰਮਲ ਕਰਨੀ ਹੈ। ਫॉर ਰੀਜ਼ਨਸ ਟੂ ਬੀ ਰਿਕਾਰਡਡ ਉਹਨੂੰ ਵਧਾ ਸਕਦੇ ਹੋ, ਪਰ ਆਮ ਤੌਰ ਤੇ ਅਗਰ 6 ਮਹੀਨੇ ਦੇ ਵਿੱਚ ਕੋਈ ਸਿੱਟਾ ਨਹੀਂ ਨਿਕਲਦਾ ਤਾਂ ਥੀਸ ਪ੍ਰੋਸੀਡਿੰਗਸ ਲੈਪਸ, ਔਰ ਕੋਈ ਵੀ ਸ਼ਖਸ 6 ਮਹੀਨੇ ਤੋਂ ਵੱਧ ਪ੍ਰੀਵੈਂਟਿਵ ਕਸਟਡੀ ਦੇ ਵਿੱਚ ਅੰਦਰ ਨਹੀਂ ਰੱਖਿਆ ਜਾ ਸਕਦਾ। ਸੋ ਇਹ ਜਦੋਂ ਤੁਸੀਂ ਅੰਦਰ ਰੱਖਦੇ ਹੋ ਪੈਂਡਿੰਗ ਦੀ ਇਨਕੁਆਇਰੀ ਜਾਂ ਮੁਕੰਮਲ ਹੋਣ ਤੇ, ਇਹ ਕੋਈ ਕਨਵਿਕਸ਼ਨ ਨਹੀਂ ਹੈ, ਕੋਈ ਸਜ਼ਾ ਨਹੀਂ ਹੈ, ਇਹ ਕਾਰਵਾਈ ਕ੍ਰਿਮੀਨਲ ਟਰਾਇਲ ਨਹੀਂ ਹੈ। ਦੀਜ਼ ਆਰ ਪ੍ਰੀਵੈਂਟਿਵ ਸੈਕਸ਼ਨਸ, ਰੋਕੂ ਕਾਰਵਾਈ ਹੈ। ਰੋਕੂ ਕਾਰਵਾਈ ਦੇ ਵਿੱਚ ਤੁਸੀਂ ਬੌਂਡ ਭਰਨ ਵਾਸਤੇ ਤੁਹਾਨੂੰ ਕਿਹਾ ਗਿਆ, ਤੁਸੀਂ ਤਸੱਲੀ ਬਖਸ਼ ਬੌਂਡ ਨਹੀਂ ਭਰਿਆ ਤੇ ਉਨੀ ਦੇਰ ਮੈਜਿਸਟ੍ਰੇਟ ਸਾਹਿਬ ਨੇ ਤੁਹਾਨੂੰ ਸਿਵਲ ਆਪਣਾ ਜਿਹੜਾ ਜੇਲ੍ਹ ਦੇ ਅੰਦਰ ਰੱਖਿਆ। ਕੱਲ੍ਹ ਨੂੰ ਕਾਰਵਾਈ ਖਤਮ ਹੋ ਜਾਂਦੀ ਹੈ ਜਾਂ ਉਹ ਚੀਜ਼ ਟਲ ਜਾਂਦੀ ਹੈ, ਉਹ ਤੁਸੀਂ ਪ੍ਰੋਸੀਡਿੰਗ ਮੈਜਿਸਟ੍ਰੇਟ ਸਾਹਿਬ ਕਿਸੇ ਵੇਲੇ ਵੀ ਡਰੋਪ ਕਰ ਸਕਦੇ ਨੇ, ਤੁਹਾਨੂੰ ਜ਼ਮਾਨਤ 'ਤੇ ਵੀ ਛੱਡ ਸਕਦੇ ਨੇ। ਇਨ ਐਨੀ ਕੇਸ ਅਗਰ ਸਿੱਟਾ 6 ਮਹੀਨੇ ਦੇ ਅੰਦਰ ਨਹੀਂ ਪਹੁੰਚਦਾ, ਆਟੋਮੈਟਿਕਲੀ ਲੈਪਸ ਹੋ ਜਾਂਦਾ ਹੈ।
ਸੋ ਇਹ ਜਿਹੜੀ 751 ਦੀ ਕਾਰਵਾਈ ਹੈ, ਇਸ ਵਿੱਚ ਸਮਝਣ ਦੀ ਜਿਹੜੀ ਲੋੜ ਇਹੀ ਹੈ ਕਿ ਇਹ ਕੋਈ FIR ਨਹੀਂ ਹੈ। ਜਿਹੜਾ 751 ਦਾ ਕਲੰਦਰਾ ਹੈ ਉਹ ਇਨਫੋਰਮੇਸ਼ਨ ਆਫ ਪੁਲਿਸ ਟੂ ਦੀ ਐਗਜ਼ੈਕਟਿਵ ਮੈਜਿਸਟ੍ਰੇਟ ਹੈ। ਉਹਨਾਂ ਨੇ ਆਪਣੀ ਕਾਰਵਾਈ ਆਰੰਭਣੀ ਹੈ ਪ੍ਰੀਵੈਂਟਿਵ ਸੈਕਸ਼ਨ ਦੇ ਵਿੱਚ। ਕ੍ਰਿਮੀਨਲ ਟਰਾਇਲ ਨਹੀਂ ਹੈ, ਉਸ ਦੇ ਵਿੱਚ ਇਹ ਨਹੀਂ ਹੈ ਕਿ ਫਲਾਣਾ IPC ਦੇ ਵਿੱਚ ਤੁਹਾਨੂੰ ਸਜ਼ਾ ਸੁਣਾਈ ਜਾਂਦੀ ਹੈ। ਨੋ, ਇਟ ਇਜ਼ ਕਾਰਵਾਈ ਜਿਸ ਦੇ ਵਿੱਚ ਇੰਟਰਮ ਤੌਰ 'ਤੇ ਜਾਂ ਫਾਈਨਲੀ ਤੁਹਾਨੂੰ to maintain peace or not to breach peace or disturb public tranquility ਉਹ ਨਾ ਕੀਤਾ ਜਾਵੇ, ਇਹ ਤੁਹਾਡੇ ਤੋਂ ਬੌਂਡ ਭਰਾਣਾ ਹੈ। ਔਰ ਇਸ ਕਾਰਵਾਈ ਦੇ ਵਿੱਚ ਪ੍ਰੀਵੈਂਟਿਵ ਡਿਟੈਂਸ਼ਨ ਵਾਸਤੇ ਐਗਜ਼ੈਕਟਿਵ ਮੈਜਿਸਟ੍ਰੇਟ ਦੇ ਪਾਸ ਇੱਕ ਬੜਾ ਪੋਟੈਂਟ ਵੈਪਨ ਹੈ, ਤਾਂ ਕਿ ਇਸ ਤੋਂ ਪਹਿਲਾਂ ਕਿ ਕੋਈ ਤੁਸੀਂ ਓਫੈਂਸ ਕਰੋ, you can arrest a person and keep him in preventive custody so that he is restrained from committing any offence. ਸੋ ਜਿੱਦਾਂ ਅਸੀਂ ਕਹਿੰਦੇ ਕਿ ਨੈਸ਼ਨਲ ਸਿਕਿਉਰਿਟੀ ਐਕਟ ਦੇ ਵਿੱਚ ਬਿਨਾਂ ਟਰਾਇਲ ਰੱਖਿਆ ਗਿਆ, ਇਹ ਵੀ ਜਿਹੜੇ ਸੈਕਸ਼ਨ ਨੇ 107-51 ਵਾਲੇ ਟੈਕਨੀਕਲੀ ਬਿਨਾਂ ਟਰਾਇਲ ਹੈ, ਕਿਉਂਕਿ ਕੋਈ ਕ੍ਰਿਮੀਨਲ ਟਰਾਇਲ ਤਾਂ ਹੈ ਨਹੀਂ, ਕੋਈ FIR ਨਹੀਂ ਹੋਈ, ਕੋਈ ਸੰਗੀਨ ਜੁਰਮ ਨਹੀਂ ਹੋਇਆ। ਐਪਰੀਹੈਂਸ਼ਨ ਹੈ ਕਿ ਤੁਸੀਂ ਬ੍ਰੀਚ ਆਫ ਪੀਸ ਨਾ ਕਰੋ, ਔਰ ਉਸ ਦੇ ਦੌਰਾਨ ਤੁਸੀਂ ਜੇਲ੍ਹ ਦੇ ਵਿੱਚ ਮੈਜਿਸਟ੍ਰੇਟ ਦੇ ਵਾਰੰਟ ਰਾਹੀਂ ਅੰਦਰ ਰੱਖੇ ਜਾ ਸਕਦੇ ਹੋ। ਆਫ ਕੋਰਸ ਉਹਦੀਆਂ ਅਪੀਲ, ਰਿਵੀਜ਼ਨ ਐਟਸੈਟਰਾ ਲਾਈ ਕਰਦੀਆਂ ਨੇ, ਉਹ ਜੁਦਾ ਮਸਲਾ ਹੈ। ਬਟ ਓਵਰਆਲ ਮਕਸਦ ਇਹੀ ਹੈ ਕਿ ਕਿਸੇ ਕਿਸਮ ਦਾ ਜਾਨ ਮਾਲ ਦਾ ਨੁਕਸਾਨ ਨਾ ਹੋ ਜਾਏ, ਐਪਰੀਹੈਂਸ਼ਨ ਹੈ। ਔਰ ਉਹ ਕਾਰਵਾਈ ਜਿਹੜੀ ਹੈ ਮੈਜਿਸਟ੍ਰੇਟ, ਐਗਜ਼ੈਕਟਿਵ ਮੈਜਿਸਟ੍ਰੇਟ ਨੇ ਆਰੰਭਣੀ ਹੈ। ਪੁਲਿਸ ਇਨਫੋਰਮੇਸ਼ਨ 'ਤੇ ਵੀ ਆਰੰਭੀ ਜਾ ਸਕਦੀ ਹੈ, ਔਨ ਐਨੀ ਅਦਰ ਇਨਫੋਰਮੇਸ਼ਨ ਵੀ ਆਰੰਭੀ ਜਾ ਸਕਦੀ ਹੈ। ਔਰ ਆਮ ਤੌਰ 'ਤੇ ਪੁਲਿਸ ਜਿਹੜਾ ਮੁਲਜ਼ਮ ਹੈ, ਰਿਸਪੋਂਡੈਂਟ ਹੈ, ਉਸ ਨੂੰ ਗ੍ਰਿਫਤਾਰ ਕਰਕੇ 151 ਵਿੱਚ ਨਾਲ ਦੀ ਨਾਲ ਹੀ ਪੇਸ਼ ਕਰਦੇ ਨੇ। ਕਈ ਵਾਰੀ ਤਾਂ ਹੁੰਦਾ ਕਿ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਪ੍ਰੀਵੈਂਟਿਵ ਅਰੈਸਟ ਹੁੰਦੇ ਨੇ, ਕਲੰਦਰਾ ਇੱਕੋ ਹੀ ਹੁੰਦਾ ਹੈ, ਕਈ ਵਾਰੀ ਅੱਡ-ਅੱਡ ਕਲੰਦਰੇ ਹੁੰਦੇ ਨੇ। ਉਸ ਨਾਲ ਕਾਰਵਾਈ ਜਿਹੜੀ ਹੈ ਮੈਜਿਸਟ੍ਰੇਟ ਨੇ ਕਰਨੀ ਹੈ। ਬਟ ਟੂ ਸਮ ਅਪ, ਦਿਸ ਇਜ਼ ਨਾਟ ਕ੍ਰਿਮੀਨਲ ਟਰਾਇਲ, no offence has been committed, no FIR has been registered, there is credible information before the executive magistrate that these gentlemen are likely to indulge in breach of peace or disturb public tranquility. He is asking them to submit a bond not to do so, and upon their failure to furnish a personal bond and surety, they can remain in preventive custody, which is not seen as a sentence for a substantive criminal offence. ਸੋ ਇਹ ਗੱਲਾਂ 751 ਦੀਆਂ ਅੱਜ ਮੈਂ ਕਰਨੀਆਂ ਸੀਗੀਆਂ, ਔਰ ਦੋਸਤਾਂ ਦੀ ਇਹ ਪੁਰਜ਼ੋਰ ਮੰਗ ਅਤੇ ਸਿਫਾਰਿਸ਼ ਸੀ ਕਿ ਪੰਜਾਬੀ ਦੇ ਵਿੱਚ ਵੀ ਕੀਤੀਆਂ ਜਾਣ। ਅਤੇ ਆਮ ਤੌਰ 'ਤੇ ਜਿਹੜੇ ਇਹ ਪੇਂਡੂ ਫੋਕਲੋਰ ਦੇ ਵਿੱਚ 751 ਵਗੈਰਾ ਦੀ ਕਾਰਵਾਈ ਆਮ ਹੈ, ਸੋ ਉਹਦੇ ਬਾਰੇ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਅਗਰ ਤੁਹਾਨੂੰ ਇਹ ਪਸੰਦ ਆਇਆ ਤਾਂ ਇਹਨੂੰ ਸ਼ੇਅਰ ਕਰੋ, ਲਾਈਕ ਕਰੋ, ਅਤੇ ਅੱਗੇ ਤੁਹਾਨੂੰ ਤੁਹਾਡੇ ਨਾਲ ਰੂਬਰੂ ਹੁੰਦੇ ਰਹਾਂਗੇ। ਐਂਡ ਇਨ ਦ ਮੀਨ ਟਾਈਮ, please stay tuned. Thanks for joining.